ਇਹ ਟੋਲ ਪਲਾਜ਼ੇ ਬੰਦ ਹੋਣ ਵਾਲੀ ਗੱਲ ਦੇਖੋ, ਬਹੁਤ ਸਾਰੇ ਦਰਸ਼ਕ ਹਰਮਨ ਜੀ ਇਸ ਸਮੇਂ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਇਹ ਵੀ ਕਹਿ ਰਹੇ ਹੋਣਗੇ ਕਿ ਪਹਿਲਾਂ ਟੋਲ ਪਲਾਜ਼ਾ ਕੋਈ ਬੰਦ ਹੋ ਗਿਆ ਜਾਂ ਬੰਦ ਕਰਵਾ ਦਿੱਤਾ ਗਿਆ ਜਾਂ ਉੱਥੋਂ ਫ੍ਰੀ ਨਿਕਲਣਾ ਉਹਨਾਂ ਦੇ ਲਈ ਪੋਸੀਬਲ ਹੋਇਆ, ਇਹ ਆਮ ਤੌਰ ਤੇ ਜ਼ਿਆਦਾ ਕਦੇ ਸੁਣਿਆ ਨਹੀਂ ਗਿਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਜਿਹੜੇ ਟੋਲ ਪਲਾਜ਼ਿਆਂ ਨੂੰ ਜਾ ਕੇ ਬੰਦ ਕਰਵਾ ਦਿੱਤਾ ਗਿਆ ਜਾਂ ਜਿਨ੍ਹਾਂ ਦੀ ਇੱਕ ਮਿਆਦ ਖਤਮ ਹੋ ਚੁੱਕੀ ਸੀ ਤੇ ਇੱਕ ਪੋਲੀਟੀਕਲ ਤੌਰ ਦੇ ਉੱਤੇ ਕ੍ਰੈਡਿਟ ਲੈਣ ਦੀ ਵੀ ਜ਼ਰੂਰ ਕੋਸ਼ਿਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ? ਇਹ ਜ਼ਰੂਰ ਦੇਖਣ ਨੂੰ ਇੱਦਾਂ ਲੱਗ ਰਿਹਾ ਕਿ ਵੀ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, ਬਟ ਮੇਰੇ ਲਈ ਇਹ ਚੀਜ਼ ਇੰਨੀ ਅਹਿਮ ਨਹੀਂ ਲੱਗਦੀ ਕਿ ਵੀ ਕਿਹੜੀ ਪਾਰਟੀ ਇਹਦੇ ਵਿੱਚ ਪੋਲੀਟੀਕਲ ਮਾਈਲੇਜ ਲੈ ਰਹੀ ਹੈ। ਜਿਹੜਾ ਮੇਨ ਇਸ਼ੂ ਮੈਨੂੰ ਜੋ ਲੱਗ ਰਿਹਾ ਹੈ ਕਿ ਜਿਹੜੀ ਇਹ ਕੰਪਨੀਜ਼ ਹੈਗੀਆਂ ਜਿਹੜੀਆਂ ਵੀ ਰੋਡਸ ਨੂੰ ਮੇਨਟੇਨ ਕਰਦੀਆਂ ਜਾਂ ਆਪਰੇਟ ਕਰਦੀਆਂ ਰਨ ਕਰਦੀਆਂ, ਚਾਹੇ ਉਹ ਨੈਸ਼ਨਲ ਹਾਈਵੇ ਦੀਆਂ ਨੇ ਚਾਹੇ ਉਹ ਸਟੇਟ ਹਾਈਵੇ ਦੀਆਂ ਨੇ, ਵੀ ਜਿਹੜੀਆਂ ਉਹਨਾਂ ਨੇ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਹੁੰਦੀਆਂ ਵੀ ਲੋਕਾਂ ਦਾ ਜਿਹੜਾ ਟਰੈਵਲ ਟਾਈਮ ਹੈ ਉਹ ਸਮੂਥ ਹੋਵੇ, ਸੇਫ ਹੋਵੇ, ਤਾਂ ਕਿ ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸੁਰੱਖਿਅਤ ਪਹੁੰਚ ਸਕੇ। ਸੋ ਜਿਹੜੀ ਇਹ ਚੀਜ਼ ਹੈ ਇਹਦੇ ਬਾਰੇ ਜਿਹੜੀ ਇੱਕ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਉਹ ਪਹਿਲਾਂ ਵੀ ਨਹੀਂ ਸੀ, ਤੇ ਮੈਨੂੰ ਲੱਗਦਾ ਵੀ ਇਹ ਟੋਲ ਜਦ ਬੰਦ ਹੋ ਜਾਣੇ ਤਾਂ ਉਹ ਤੋਂ ਬਾਅਦ ਹੋਰ ਘਟ ਜਾਣੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਜਿਹੜੇ ਕੰਸੈਸ਼ਨਰ ਹੁੰਦੇ ਆ, ਇਹ ਮੈਂ ਨੈਸ਼ਨਲ ਹਾਈਵੇ ਦੀ ਗੱਲ ਕਰ ਰਿਹਾ ਇਸ ਟਾਈਮ, NHAI ਦੀ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ। ਸੋ ਜੇ ਕੋਈ ਮਸਲਾ ਤੁਸੀਂ ਉਹਨਾਂ ਦੇ ਕੋਲ ਰੇਜ਼ ਕਰੋ, ਜੋ ਸਰਕਾਰੀ ਅਦਾਰਾ ਨੈਸ਼ਨਲ ਹਾਈਵੇ ਅਥਾਰਟੀ, ਉਹ ਕਹਿੰਦੇ ਨੇ ਜੀ ਵੀ ਇਹ ਕੰਪਨੀ ਹੈ ਜਿਹੜੀ ਕੰਸੈਸ਼ਨਰ ਜਿਹੜੀ ਟੋਲ ਲੈਂਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕਰਨਗੇ। ਉਹ ਨਹੀਂ ਕਰਦੇ। ਸੇਮ ਚੀਜ਼ ਹੁੰਦੀ ਹੈ ਜੇ ਉਹ PWD ਜਾਂ ਸਟੇਟ ਹਾਈਵੇ ਦੀ ਗੱਲ ਹੋਵੇ। ਸੋ ਜੇ ਬੰਦਾ ਉੱਥੇ ਥੋੜੇ ਪੈਸੇ ਪੇ ਕਰ ਰਿਹਾ ਹੈ ਤੇ ਉਹਦੀ ਗੱਡੀ ਦਾ ਜਾਂ ਉਹ ਬੰਦੇ ਦਾ ਨੁਕਸਾਨ ਨਹੀਂ ਹੋ ਰਿਹਾ ਤਾਂ ਅਗਲੇ ਨੂੰ ਕਿਸੇ ਨੂੰ ਚੁਭੇਗਾ ਨਹੀਂ। ਸੋ ਇਹ ਚੀਜ਼ ਕੱਲੀ ਇਹ ਨਾ ਦੇਖੀ ਜਾਏ ਕਿ ਟੋਲ ਬੰਦ ਹੋ ਗਏ ਤੇ ਆਪਾਂ ਨੂੰ 25-30 ਰੁਪਏ ਦਾ ਫਾਇਦਾ ਹੋ ਗਿਆ। ਜ਼ਰੂਰ ਉਹ ਫਾਇਦਾ ਹੋਇਆ। ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਪੈਸਿਆਂ ਦੇ ਵੀ, ਤੇ ਜਿਹੜਾ ਉਹਨਾਂ ਦੇ ਉੱਥੇ ਕੰਮ ਹੋ ਰਿਹਾ, ਚਾਹੇ ਉਹ ਮੇਨਟੇਨੈਂਸ ਆਫ ਰੋਡ ਹੈ ਚਾਹੇ ਜਿਹੜੇ ਉਹਦੇ ਅਦਰ ਐਸਪੈਕਟਸ ਹੈਗੇ ਆ, ਉਹ ਵੀ ਉਨੇ ਹੀ ਜ਼ਰੂਰੀ ਆ ਤੇ ਉਹਨਾਂ ਤੇ ਵੀ ਉਨਾ ਹੀ ਫੋਕਸ ਹੋਣਾ ਚਾਹੀਦਾ। ਠੀਕ ਹੈ, ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਚੁੱਕਿਆ। ਮੈਂ ਅਹਿਬਾਬ ਗਰੇਵਾਲ ਜੀ ਦਾ ਰੁਖ ਕਰਦਾ। ਗਰੇਵਾਲ ਸਾਹਿਬ, ਆਪਾਂ ਅਗਲੇ ਪੁਆਇੰਟ ਦੇ ਉੱਤੇ ਜਾਈਏ, ਜਿਹੜੇ ਬੰਦ ਹੋਏ ਨੇ, ਟੋਲ ਕਰਵਾਏ ਨੇ ਜਾਂ ਹੋਏ ਨੇ, ਉਸ ਪੁਆਇੰਟ ਤੇ ਜਾਵਾਂ। ਪਰ ਦੇਖੋ, ਹੁਣ ਪੁਆਇੰਟ ਇਹ ਵੀ ਇੱਥੇ ਨਿਕਲ ਕੇ ਸਾਹਮਣੇ ਆ ਰਿਹਾ ਕਿ ਜਿਸ ਸੜਕ ਦੇ ਉੱਤੇ ਟੋਲ ਬੰਦ ਹੋ ਗਿਆ ਤਾਂ ਟੋਲ ਕੰਪਨੀ ਦਾ ਕੰਟਰੈਕਟ ਖਤਮ ਹੋ ਗਿਆ, ਬਹੁਤ ਕਲੀਅਰ ਹੈ। ਹੁਣ ਉਹ ਸਰਕਾਰ ਦੇ ਅਧੀਨ ਪੂਰੀ ਰੋਡ ਹੋਏਗੀ ਤੇ ਉਸ ਰੋਡ ਦੀ ਮੇਨਟੇਨੈਂਸ, ਉੱਥੇ ਜਿਹੜੀਆਂ ਸਟਰੀਟ ਲਾਈਟਸ ਹੁੰਦੀਆਂ ਨੇ, ਉੱਥੇ ਜਿਹੜੀ ਹੋਰ ਚੀਜ਼ਾਂ ਹੁਣ ਤੱਕ ਲੋਕਾਂ ਨੂੰ ਸਹੂਲਤ ਦੇ ਤੌਰ ਦੇ ਉੱਤੇ ਮਿਲ ਰਹੀਆਂ ਸੀ, ਉਹ ਤੁਹਾਡੀ ਜ਼ਿੰਮੇਵਾਰੀ ਅੱਜ ਤੋਂ। ਟੋਲ ਤਾਂ ਬੰਦ ਹੋ ਗਿਆ, ਲੋਕਾਂ ਨੂੰ ਲੱਗ ਰਿਹਾ ਕਿ ਠੀਕ ਹੈ ਸਾਡੇ 25 ਰੁਪਏ ਬਚ ਗਏ ਜਾਂ 50 ਰੁਪਏ ਬਚ ਗਏ, ਜਿੰਨਾ ਵੀ ਉੱਥੇ ਟੋਲ ਲੱਗਦਾ ਸੀ, ਪਰ ਹੁਣ ਸੜਕ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ? ਸਰ ਟੋਟਲ ਸੜਕ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਪਹਿਲੀ ਬੜਾ ਸਹੀ ਪੁਆਇੰਟ ਚੁੱਕਿਆ ਇਹਨਾਂ ਨੇ, ਬਟ ਫੈਕਟ ਇਹ ਹੈ ਕਿ ਜਿਹੜੀਆਂ ਕੰਪਨੀਆਂ ਦੇ ਹੁਣ ਬੰਦ ਕੀਤੇ ਜਾ ਰਹੇ ਨੇ, ਉਹਨਾਂ ਕੰਪਨੀਆਂ ਨੇ ਮੇਨਟੇਨੈਂਸ ਤਾਂ ਕੀਤੀ ਨਹੀਂ ਸਰ। ਜਿਹੜਾ ਸਮਾਂ ਸੀ ਉਸ ਤੋਂ ਬਾਅਦ ਮੇਨਟੇਨੈਂਸ ਦਾ ਡੱਕਾ ਵੀ ਨਹੀਂ ਲਾਇਆ। ਗੱਲ ਤਾਂ ਹੈ ਕਿ ਜੇ ਤਾਂ ਮੇਨਟੇਨ ਕੀਤਾ ਹੁੰਦਾ ਗੱਲ ਸੀ। ਐਂਡ ਅਕਾਲੀ ਭਾਜਪਾ ਵੇਲੇ ਦੇ ਚੱਲੇ ਆ ਰਹੇ ਆ, ਆਪਾਂ ਭੁੱਲ ਜਾਂਦੇ ਆ ਕਿ ਜਿਹੜੀ ਇਹ ਕਹਿੰਦੇ ਨਾ ਅਕਾਲੀ ਭਾਜਪਾ ਕੇ ਸਾਡੇ ਵੇਲੇ ਸੜਕਾਂ ਬਣੀਆਂ, ਉਹ ਸੜਕਾਂ ਦਾ ਭਰਪਾਈ ਅੱਜ ਤੱਕ ਹੋ ਰਹੀ ਹੈ ਸਰ। ਜਿਹੜੀ ਜੇ ਕਾਂਗਰਸ ਤਾਂ ਪੱਚ ਲਾਉਂਦੀ ਸੀ, ਚੰਨੀ ਸਾਹਿਬ ਕਹਿੰਦੇ ਸੀ ਮਹਾਰਾਜ ਸਾਹਿਬ ਨੇ ਪੱਚ ਲਾਏ ਆ, ਤੇ ਅਕਾਲੀ ਭਾਜਪਾ ਨੇ ਜਿਹੜੀਆਂ ਸੜਕਾਂ ਬਣਾਈਆਂ ਸੀ 97 ਵੇਲੇ, ਉਹਦੀ ਭਰਪਾਈ ਅੱਜ ਤੱਕ ਕਰ ਰਹੇ ਗੌਰਵ ਜੀ। ਕਿਹਨੇ ਮੇਨਟੇਨੈਂਸ ਕੀਤੀ ਜੀ? ਪਹਿਲੀ ਗੱਲ ਇਹ ਵੀਰ ਜੀ ਨੇ ਬੜਾ ਸਹੀ ਕੰਪਨੀਆਂ ਤੋਂ ਵਸੂਲ ਹੋਣਾ ਚਾਹੀਦਾ ਨਾ ਸਰ। ਜੇ ਤੁਹਾਨੂੰ ਜਦੋਂ ਕੰਟਰੈਕਟ ਖਤਮ ਹੋਇਆ, ਸੜਕਾਂ ਦੀ ਤਾਂ ਕੰਡੀਸ਼ਨ ਬਹੁਤ ਵਧੀਆ ਚਾਹੀਦੀ ਹੈ, ਫਿਰ ਤਾਂ ਕੰਪਨੀ ਨੂੰ ਆਪਾਂ ਸਵਾਲ ਕਰੀਏ ਕਿ ਤੁਹਾਨੂੰ ਤਾਂ ਅਸੀਂ ਪੈਸੇ ਦਿੰਦੇ ਰਹੇ ਪੰਜਾਬ ਦੇ ਲੋਕ, ਤੁਸੀਂ ਸੜਕ ਨਹੀਂ ਵਧੀਆ ਰੱਖੀ। ਮੈਂ ਉਹੀ ਤਾਂ ਕਹਿ ਰਿਹਾ ਕਿ ਅਕਾਊਂਟੇਬਿਲਿਟੀ, ਇਹੀ ਤਾਂ ਮਾਨ ਸਾਹਿਬ ਕਹਿ ਰਹੇ ਕਿ ਅਕਾਊਂਟੇਬਿਲਿਟੀ ਪਲੇਸ ਕਰਾਂਗੇ ਜੀ। ਕਮਾਲ ਕਰਤੀ ਤੁਸੀਂ। ਇੰਨੇ ਸਾਲ ਤੁਸੀਂ ਐਕਸਟੈਂਸ਼ਨਾਂ ਦਈ ਤੁਰੀ ਗਏ, ਤਿੰਨੇ ਜਾਣੇ ਐਕਸਟੈਂਸ਼ਨਾਂ ਦਈ ਤੁਰੀ ਗਏ, ਕਿਸੇ ਨੇ ਧੱਕਾ ਨਹੀਂ ਦੂਰਾ ਕੀਤਾ। ਐਂਡ ਵੀਰ ਜੀ ਨੇ ਪੁਆਇੰਟ ਚੱਕਿਆ ਟਰਾਂਸਪੇਰੈਂਸੀ। ਸਰ ਅਸੀਂ ਅਸ਼ੋਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਰੋਡ ਕੰਸਟਰਕਸ਼ਨ ਪੂਰੀ ਟਰਾਂਸਪੇਰੈਂਟ ਐਂਡ ਆਨਲਾਈਨ, ਸਾਰੇ ਡਾਕੂਮੈਂਟ ਸਾਰਾ ਕੁਝ ਹੋਊਗਾ। ਹੁਣ ਮੈਂ ਜ਼ਰਾ ਪੋਲੀਟੀਕਲ ਜਵਾਬ ਦੇਵਾਂ। ਮੈਨੂੰ ਅਕਾਲੀ ਦੱਸਣ ਤੁਸੀਂ ਕਿੰਨੇ ਬੰਦ ਕੀਤੇ। ਇਹਨਾਂ ਨੂੰ ਚਿੰਤਾ ਜਦ ਹੀ ਪੈ ਗਈ ਕਿ ਇੰਨੇ ਟੋਲ ਨੇ, ਗੋਲਕ ਵਿੱਚ ਵੱਧ ਆ ਜਾਂਦੇ। ਸਰ ਤੁਹਾਨੂੰ ਤੁਹਾਡੀ ਗੋਲਕ ਦੀ ਚੋਰੀ ਮੁਬਾਰਕ ਪਲੀਜ਼, ਪਰ ਅਸੀਂ ਪੰਜਾਬ ਦੇ ਲੋਕਾਂ ਦੇ ਹੱਲਾ ਹੱਕਾਂ ਦੇ ਇਹ ਗੱਲ ਸੁਣੋ ਬਾਪ ਜੀ, ਇਹ ਡੈਰੋਗੇਟਰੀ ਵਰਡ ਹੈ, ਇਹ ਤੁਸੀਂ ਇਸ ਤਰ੍ਹਾਂ ਨਹੀਂ ਬੋਲ ਸਕਦੇ। ਤੁਸੀਂ ਬੋਲੇ ਹੋ, ਮੈਂ ਨਹੀਂ ਬੋਲਿਆ। ਨਹੀਂ ਤੁਸੀਂ ਕਿਵੇਂ ਕਹਿੰਦੇ ਮੈਨੂੰ ਤੁਹਾਨੂੰ ਗੋਲਕ ਦੀ ਚੋਰੀ ਮੁਬਾਰਕ? ਤੁਸੀਂ ਕੌਣ ਹੈ? ਨਹੀਂ ਤੁਸੀਂ ਕੌਣ ਹੈ ਇਹ ਗੱਲ ਕਹਿਣ ਵਾਲੇ? ਬਿਲਕੁਲ ਬਦਤਮੀਜ਼ੀ ਨਹੀਂ ਕਰਨੀ ਮੇਰੇ ਨਾਲ ਇੱਥੇ ਬੈਠ ਕੇ। ਗੱਲ ਸੁਣਦਾ, ਗੋਲਕ ਚੋਰੀ ਤੁਹਾਨੂੰ ਮੁਬਾਰਕ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਸਮਝੇ ਨਹੀਂ? ਚਲੋ ਠੀਕ।
ਹਾਂ ਚਲੋ ਇੱਕ ਧਾਰਨੀ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ ਮੈਂ ਧਾਰਨੀ ਸਾਹਿਬ ਤੁਹਾਡੇ ਕੋਲ ਆ ਰਿਹਾ ਤੁਸੀਂ ਜਵਾਬ ਦਿਓ ਠੀਕ ਹੈ ਮੈਂ ਉਹੀ ਕਹਿ ਰਿਹਾ ਕਿ ਪਰਸਨਲ ਨਾ ਹੋਈ ਆਪਾਂ ਰੋਜ਼ ਡਿਬੇਟ ਦੇ ਵਿੱਚ ਇਹੀ ਗੱਲ ਕਰਦੇ ਹਾਂ ਪਰਸਨਲ ਨਾ ਹੋਈ ਹੈ ਲੋਕਾਂ ਨੂੰ ਗੱਲ ਸਮਝ ਆਵੇ ਕਿ ਟੋਲ ਪਲਾਜ਼ੇ ਵਾਲੀ ਪੁਆਇੰਟ ਦੇ ਉੱਤੇ ਰਹੀਏ ਮੈਂ ਧਾਰਨੀ ਸਾਹਿਬ ਤੁਹਾਡਾ ਜਵਾਬ ਲਵਾਂਗਾ ਗਰੇਵਾਲ ਜੀ ਕੰਪਲੀਟ ਕਰ ਲਓ ਮੈਂ ਗੁਰੂ ਦਾ ਸਿੱਖ ਹਾਂ ਜੀ ਐਂਡ ਮੈਂ ਜਦੋਂ ਸੁਣਿਆ ਕਿ ਗੋਲਕ ਵਿੱਚ ਪੈ ਜਾਂਦੇ ਜੇ ਢੋਲ ਨਾ ਹੁੰਦਾ ਨਹੀਂ ਪੰਜਾਬੀਆਂ ਦੀ ਜੇਬ 'ਚ ਪੈ ਜਾਂਦੇ ਗੁਰੂ ਪਾਉਂਦਾ ਸਭ ਦੀ ਜੇਬ ਪੰਜਾਬੀਆਂ ਦੀ ਜੇਬ 'ਚ ਗੁਰੂ ਪਾਉਂਦਾ ਆਪਾਂ ਨਹੀਂ ਆਪਣੀ ਔਕਾਤ ਨਹੀਂ ਗੋਲਕ 'ਚ ਪਾਉਂਦੇ ਤੁਸੀਂ ਕਿਹਾ ਗੋਲਕ ਚੋਰੀ ਤੁਹਾਨੂੰ ਮੁਬਾਰਕ ਤੁਸੀਂ ਇਹ ਕਿਹਾ ਰੁਕੋ ਧਾਰਨੀ ਸਾਹਿਬ ਥੋੜਾ ਜਿਹਾ ਟਾਈਮ ਦਿਓ ਦੋਵੇਂ ਸਕਾਈਪ ਦੇ ਜ਼ਰੀਏ ਤੁਸੀਂ ਜੁੜੇ ਹੋਏ ਹੋ ਤਾਂ ਫਿਰ ਲੋਕਾਂ ਤੱਕ ਕਲੀਅਰ ਆਵਾਜ਼ ਨਹੀਂ ਪਹੁੰਚ ਪਾਏਗੀ ਧਾਰਨੀ ਸਾਹਿਬ ਤੁਹਾਡੀ ਵੀ ਅਹਿਬਾਬ ਗਰੇਵਾਲ ਜੀ ਤੁਹਾਡੀ ਵੀ ਤਾਂ ਥੋੜਾ ਜਿਹਾ ਸਮਾਂ ਦਿਓ ਇੱਕ ਵਾਰੀ ਅਹਿਬਾਬ ਗਰੇਵਾਲ ਜੀ ਕੰਪਲੀਟ ਕਰ ਲਓ ਤੁਸੀਂ ਥੈਂਕ ਯੂ ਦੂਜਾ ਜੈਬੰਸ ਜੀ ਨੂੰ ਬਹੁਤ ਬੁਰਾ ਲੱਗ ਰਿਹਾ ਪੰਜਾਬ 'ਚ ਇਹੋ ਜਿਹੇ ਮੁੱਦੇ ਆਉਂਦੇ ਆ ਮਨੀਪੁਰ 'ਚ ਬਟਵਾਰਾ ਹੋ ਗਿਆ ਆਬਾਦੀ ਦਾ ਮਹਾਰਾਸ਼ਟਰ 'ਚ ਦੰਗੇ ਛਿੜ ਗਏ ਹਰ ਮੱਕੇ 150 ਦੰਗਾ ਹੋ ਗਿਆ ਜੀ ਅੱਜ ਤੱਕ ਕਿਤੇ ਖਬਰ ਨਹੀਂ ਆਉਣ ਦਿੱਤੀ ਸਰ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪੰਜਾਬ ਦੇ ਮੁੱਦੇ ਹੋਣੇ ਚਾਹੀਦੇ ਆਪਣੇ ਐਮਐਲਏ ਨੂੰ ਕਹੋ ਮੁੱਦੇ ਚੱਕਣ ਆਪਣੇ ਲੋਕਾਂ ਨੂੰ ਕਹੋ ਧਰਮ ਦੀ ਰਾਜਨੀਤੀ ਨਾ ਕਰਨ ਮੁੱਦੇ ਚੱਕੋ ਸਾਡੇ ਨਾਲ ਮੁੱਦਿਆਂ ਤੇ ਗੱਲ ਕਰੋ ਪਰ ਜਿਹੜੇ ਤੁਹਾਡੇ ਲੋਕ ਨੇ ਜਿਨ੍ਹਾਂ ਨੇ ਹੁਣ ਕਾਂਗਰਸੀ ਮੂਰੇ ਪ੍ਰਦਾਨ ਕਰਤੇ ਉਹਨਾਂ ਨੂੰ ਕਹੋ ਕਿ ਸਾਡੇ ਨਾਲ ਮੁੱਦਿਆਂ ਤੇ ਗੱਲ ਕਰੋ ਅੱਜ ਵਾਲੇ ਮੁੱਦੇ ਉੱਤੇ ਰਹੀਏ ਅੱਜ ਵਾਲੇ ਮੁੱਦੇ ਦੇ ਉੱਤੇ ਰਹੀਏ ਨਾ ਅੱਜ ਵਾਲੇ ਮੁੱਦੇ ਤੇ ਰਹੀਏ ਤੁਸੀਂ ਇਹ ਦੱਸੋ ਇੱਕ ਸੈਕਿੰਡ ਸਰ ਤੁਸੀਂ ਇਹ ਦੱਸੋ ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਟੋਲ ਪਲਾਜ਼ਾ ਅੱਜ ਬੰਦ ਹੋਇਆ ਕਿ ਪਹਿਲਾਂ ਕਰਵਾਇਆ ਜਾ ਸਕਦਾ ਸੀ ਧਾਰਨੀ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ ਇਹ ਪਹਿਲਾਂ ਬੰਦ ਕਰਵਾਇਆ ਜਾ ਸਕਦਾ ਸੀ ਸਰ ਟੋਟਲੀ ਅਕਾਲੀ ਭਾਜਪਾ ਦੀ ਟੈਨਿਓਰ 'ਚ ਮੇਰੀ ਗੱਲ ਸੁਣੋ ਸੜਕਾਂ ਬਣੀਆਂ ਜਿਵੇਂ ਅਕਾਲੀ ਕਲੇਮ ਕਰਦੇ 97 ਤੋਂ 2002 ਚ 2002 ਤੋਂ 2023 ਤੱਕ ਇਹ ਐਕਸਟੈਂਸ਼ਨਾਂ ਹੀ ਦੇ ਗਏ ਲੌਜੀਕਲੀ 3-4 ਸਾਲ 5 ਸਾਲ ਐਕਸਟੈਂਸ਼ਨ ਬਣਦੀ ਹੈ ਤੁਸੀਂ ਇਹ ਸੋਚੋ ਕਿ 2002 ਤੋਂ ਲੈ ਕੇ 2000 ਫਰਜ਼ ਕਰੋ 2007 ਤੱਕ ਐਕਸਟੈਂਸ਼ਨ ਬਣਦੀ ਸੀ ਕਹਦੇ ਨਾ ਬਣਦੀ 2010 ਤੱਕ ਬਣਦੀ ਸੀ ਆ 13 ਸਾਲ ਤਾਂ ਫਾਲਤੂ ਦਿੱਤੀਆਂ ਨੇ ਦੋਹਾਂ ਨੇ ਦਿੱਤੀਆਂ ਨੇ ਤੇ ਤੁਹਾਨੂੰ ਲੱਗਦਾ ਫ੍ਰੀ ਦਿੰਦੇ ਸੀ ਐਕਸਟੈਂਸ਼ਨਾਂ ਅਸੀਂ ਕਿਵੇਂ ਬੰਦ ਕਰਤੇ ਜੀ ਸਰਕਾਰ ਦੇ ਕੰਮ ਥੋੜੀ ਹੈ ਇਹਨਾਂ ਨੇ ਐਕਸਟੈਂਸ਼ਨ ਦੇ ਕੇ ਲੁੱਟਿਆ ਪੰਜਾਬੀਆਂ ਨੂੰ ਮਤਲਬ ਤੁਸੀਂ ਕਲੀਅਰ ਹੋ ਤੁਹਾਨੂੰ ਲੱਗਦਾ ਕਿ ਸਾਬਕਾ ਸਰਕਾਰ ਦੇ ਸਮੇਂ ਮੈਂ ਸਿੱਧਾ ਸਪੈਸੀਫਿਕ ਸਿੰਘਾਵਾਲਾ ਟੋਲ ਪਲਾਜ਼ਾ ਦਾ ਹੀ ਜ਼ਿਕਰ ਕਰਦਾ ਤੁਹਾਨੂੰ ਲੱਗਦਾ ਕਿ ਪਹਿਲਾਂ ਬੰਦ ਹੋ ਸਕਦਾ ਸੀ ਐਕਸਟੈਂਸ਼ਨ ਦਿੱਤੀ ਗਈ ਸਾਰੇ ਟੋਲ ਪਲਾਜ਼ਾ ਸੜਕਾਂ ਤਾਂ ਬਣੀਆਂ ਹੀ ਠੀਕ ਹੈ ਚਲੋ ਥੋੜਾ ਵੇਟ ਕਰਿਓ ਸਰ ਮੈਂ ਤੁਹਾਡੇ ਕੋਲ ਆਉਣਾ ਦੇਖੋ ਇੱਥੇ ਬਹੁਤ ਇੰਪੋਰਟੈਂਟ ਹੈ ਜੇ ਕਾਂਗਰਸ ਦਾ ਨੁਮਾਇੰਦਾ ਬੈਠਾ ਹੁੰਦਾ ਤਾਂ ਅੱਜ ਜਵਾਬ ਦਿੰਦਾ ਜੇ ਕਾਂਗਰਸ ਦੇ ਨੁਮਾਇੰਦੇ ਇੱਥੇ ਹੁੰਦੇ ਤਾਂ ਜਵਾਬ ਦਿੰਦੇ ਕਿ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਦੇ ਵੱਲੋਂ ਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਸਮੇਂ ਐਕਸਟੈਂਸ਼ਨ ਦਿੱਤੀ ਗਈ ਮੈਂ ਉਸ ਪੁਆਇੰਟ ਦੇ ਉੱਤੇ ਆਣਾ ਪਰ ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ ਧਾਰਨੀ ਦੇਖੋ ਇਹਨਾਂ ਨੇ ਗੱਲਾਂ ਦਾ ਕੜਾ ਕਰਨਾ ਮੇਰੇ ਨਾਲ ਡੈਫਾਮੇਟਰੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਮੈਂ ਇਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਕਰਦਾ ਵਾਰਨ ਕਰਦਾ ਹੈਗਾ ਦੂਜੀ ਗੱਲ ਇਹਨਾਂ ਦੇ ਅੱਜ ਭਗਵੰਤ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਹੈਗਾ ਕਿ 60 ਕਿਲੋਮੀਟਰ ਦੇ ਵਿੱਚ ਜਿਹੜੇ ਹੈਗੇ ਆ ਕੋਈ ਟੋਲ ਨਹੀਂ ਲੱਗੇਗਾ ਉਹ ਜਿਹੜੇ ਹੈਗੇ ਆ ਇਲੀਗਲ ਹੈਗੇ ਆ ਮੈਂ ਇਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਖਰੜ ਤੋਂ ਪਹਿਲਾਂ ਖਾਨਪੁਰ ਦੇ ਵਿੱਚ ਇੱਕ ਟੋਲ ਪਲਾਜ਼ਾ ਲੱਗਿਆ ਵਾ ਉਸ ਤੋਂ ਬਾਅਦ ਸਮਰਾਲੇ ਜਾ ਕੇ ਲੱਗਿਆ ਵਾ ਮੈਂ ਕਿਲੋਮੀਟਰ ਗਿਣ ਕੇ ਜਿਹੜਾ ਹੈਗਾ ਉਹ 60 ਕਿਲੋਮੀਟਰ ਨਹੀਂ ਬਣਦੇ ਅਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਈਵਨ ਐਪਲੀਕੇਸ਼ਨ ਦਿੱਤੀ ਸੌਰੀ ਰਿਟ ਫਾਈਲ ਕੀਤੀ ਉਹ ਰਿਟ ਦੇ ਵਿੱਚ ਡਾਇਰੈਕਸ਼ਨ ਇਹ ਹੋਈ ਕਿ ਤੁਸੀਂ NHA ਕੋਲ ਜਾਓ ਔਰ NHA ਕੋਲ ਜਾਓ NHA ਨੇ ਕੀ ਕਰਨਾ ਹੈਗਾ ਉਹਦੇ ਵਿੱਚ ਮੈਂ ਭਗਵੰਤ ਮਾਨ ਸਾਹਿਬ ਨੂੰ ਰਿਕੁਐਸਟ ਕਰਦਾ ਇਹਨਾਂ ਦੇ ਰਾਹੀਂ ਰਿਕੁਐਸਟ ਕਰਦਾ ਕਿ ਜਾਓ 60 ਕਿਲੋਮੀਟਰ ਮਿਣਤੀ ਕਰਕੇ ਉਹਨਾਂ ਦੋਹਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਨਾਕਾ ਟੋਲ ਬੈਰੀਅਰ ਚੁਕਵਾ ਦਿਓ ਨੰਬਰ 1 ਨੰਬਰ 2 ਇਹ ਗੱਲਾਂ ਕਰਦੇ ਨਾ ਸੜਕਾਂ ਬਣਨ ਦੀਆਂ ਸ਼੍ਰੀਮਾਨ ਅਹਿਬਾਬ ਗਰੇਵਾਲ ਸਾਹਿਬ ਮੇਰੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਬਰਿੰਡੇ ਤੋਂ ਹਾਂਜੀ ਕੋਈ ਗੱਲ ਨਹੀਂ ਜੀ ਅਹਿਬਾਬ ਸਿੰਘ ਗਰੇਵਾਲ ਪੂਰਾ ਬੋਲੋ ਯਾਰ ਜਦੋਂ ਅਸੀਂ ਬਸੀ ਤੋਂ ਜਾਂਦੇ ਆ ਨਾ ਜਦੋਂ ਬਸੀ ਪਠਾਣਾ ਤੋਂ ਜਾਂਦੇ ਆ ਨਾ ਸਰਹੰਦ ਨੂੰ ਉਹ ਸੜਕ ਸਭਾ ਦੇ ਦਿਨਾਂ ਦੇ ਵਿੱਚ ਬਣੀ ਸੀ ਜਾਓ ਦੇਖ ਲਓ ਜਾ ਕੇ ਟੁੱਟੀ ਵੀ ਉਹਦੇ ਉੱਤੇ ਮੁੜ ਕੇ ਕਿਸੇ ਨੇ ਰਿਪੇਅਰ ਕਰੀ ਹੋਵੇ ਖੱਡੇ ਪਾਏ ਵੇ ਮੈਂ ਦਿਖਾਉਣਾ ਅਹਿਬਾਬ ਜੀ ਨੂੰ ਕਹੋ ਐਕਸੀਅਨ ਕੋਲ ਆ ਜਾਣ ਮੈਂ ਨਾਲ ਲਿਆ ਕੇ ਦਿਖਾ ਕੇ ਆਉਂਗਾ ਇਹ ਗੱਲਾਂ ਕਰਦੇ ਆ ਸਵਾਲ ਇਹ ਹੈ ਜੇ ਇਹ ਸੜਕ ਤੇ ਕਿਤੇ ਨਿਕਲੇ ਹੋਣ ਤਾਂ ਇਹਨਾਂ ਨੂੰ ਪਤਾ ਹੋਵੇ ਆਪਣੇ ਪਿੰਡ ਗਏ ਨੂੰ ਕਿੰਨੀ ਦੇਰ ਹੋ ਗਈ ਭਗਵੰਤ ਮਾਨ ਸਾਹਿਬ ਨੂੰ ਤਾਂ ਪਤਾ ਲੱਗੇ ਔਰ ਦੂਜੀ ਗੱਲ ਭਗਵੰਤ ਮਾਨ ਇਸ ਕਰਕੇ ਕਹਿੰਦੇ ਆ ਕਿ ਤੁਹਾਡੇ ਚੈਨਲ ਦੇ ਉੱਤੇ ਜਿਸ ਟਾਈਮ ਉਹਨਾਂ ਦੀ ਤਖਤੀ ਪਈ ਸੀ ਜਿਹਦੇ ਉੱਤੇ ਜਿਹੜਾ ਹੈਗਾ ਜਿੱਦਣ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ ਉਹਦੇ ਤੇ ਸ਼ਬਦ ਇੱਕੋ ਭਗਵੰਤ ਮਾਨ ਲਿਖਿਆ ਵਾ ਸੀ ਦੂਜੀ ਗੱਲ ਦੇਖੋ ਮੈਂ ਇਹਨਾਂ ਨੂੰ ਸਿੱਧੂ ਸਾਹਿਬ ਨੂੰ ਹਰਮਨ ਸਿੱਧੂ ਜੀ ਨੂੰ ਜਾਤੀ ਤੌਰ ਤੇ ਜਾਣਦਾ ਇਹਨਾਂ ਨੇ ਬਹੁਤ ਵੱਡਾ ਸਫ਼ਰ ਕੀਤਾ
ਇਸ ਸੜਕਾਂ ਦੀ ਵਜ੍ਹਾ ਕਰਕੇ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਫਾਈਲ ਕੀਤਾ, ਕੇਸ ਫਾਈਲ ਕੀਤਾ, ਜਿਸ ਦੇ ਵਿੱਚ ਡਾਇਰੈਕਸ਼ਨ ਹੋਈ ਕਿ ਕਿਸੇ ਵੀ ਰੋਡ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੇ ਉੱਤੇ ਨਹੀਂ ਖੁੱਲਣਾ ਚਾਹੀਦਾ। ਬਿਲਕੁਲ ਕਿ ਹਾਂ ਇਹਨਾਂ ਨੂੰ ਪੁੱਛੋ ਵੀ ਕਿੰਨੇ ਸ਼ਰਾਬ ਦੇ ਠੇਕੇ ਖੁੱਲੇ ਪਏ ਆ। IVY ਦੇ ਸਾਹਮਣੇ ਸ਼ਰਾਬ ਦਾ ਠੇਕਾ ਖੁੱਲਿਆ ਵਾ ਮੋਹਾਲੀ ਜਿਹੜਾ ਹੈਗਾ ਉਹਦੇ ਵਿੱਚ। ਸੋ ਇਹ ਜਿਹੜਾ ਹੈਗਾ ਇਹਨਾਂ ਨੂੰ ਡਰਾਮੇ ਦਿਖਾਵਿਆਂ ਤੋਂ ਬਿਨਾਂ ਕੁਝ ਨਹੀਂ ਦਿਖਦਾ ਹੈਗਾ। ਉਹ ਡਰਾਮਾ ਔਰ ਦਿਖਾਵਾ ਹੀ ਇਹ ਕਰਦੇ ਹੈਗੇ ਆ ਔਰ ਕਰ ਰਹੇ ਹੈਗੇ ਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਝੂਠ ਤੋਂ ਬਿਨਾਂ ਇਹਨਾਂ ਦੀ ਦੁਕਾਨ ਨਹੀਂ ਚੱਲਦੀ। ਮੈਂ ਕਹਿੰਦਾ ਇੱਕ ਸਟੇਟ ਜਵਾਬ ਲਓ ਸਰ, ਇੱਕ ਵਾਰੀ ਜਵਾਬ ਲਓ, ਤੁਹਾਡੀ ਗੱਲ ਆ ਗਈ, ਜਵਾਬ ਲਓ। ਜਵਾਬ ਆਵੇ ਨਾ ਕੋਈ। ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਨਾ। ਤਾਰਨੀ ਸਾਹਿਬ ਤੁਸੀਂ ਜਿਸ ਰੋਡ ਦਾ ਵੀ ਜ਼ਿਕਰ ਕੀਤਾ ਫਤਿਹਗੜ੍ਹ ਸਾਹਿਬ ਵਾਲੀ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸੜਕ ਬਣੀ ਕਰੀਬ 6-8 ਮਹੀਨੇ ਪਹਿਲਾਂ, ਉਸ ਦੀ ਕੁਆਲਿਟੀ ਨਹੀਂ ਸੀ। ਤੁਸੀਂ ਇਹੀ ਕਹਿ ਰਹੇ ਹੋ। ਬੇਸਿਕਲੀ ਪੁਆਇੰਟ ਇਹ ਹੈ ਕਿ ਜੇਕਰ 6 ਮਹੀਨੇ ਸੜਕ ਟੁੱਟੀ ਹੈ ਤਾਂ ਫਿਰ ਟੋਲ ਪਲਾਜ਼ੇ ਵਾਲੀ ਸੜਕ ਦੀ ਸੰਭਾਲ ਕੌਣ ਕਰੇਗਾ? ਅਹਿਬਾਬ ਗਰੇਵਾਲ ਜੀ ਛੋਟਾ ਜਿਹਾ ਜਵਾਬ ਦੇ ਦਿਓ, ਮੈਂ ਜੈਬਾਨ ਜੀ ਦਾ ਰੁਖ ਕਰਦਾ ਉਸ ਤੋਂ ਬਾਅਦ। ਅਹਿਬਾਬ ਗਰੇਵਾਲ ਜੀ। ਸਭ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਧੰਨਵਾਦ ਸਰ, ਤੁਸੀਂ ਠੇਕੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਤੁਹਾਨੂੰ ਸਰਕਮਵੈਂਟ ਕੀਤਾ। ਦੋਵਾਂ ਨੇ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ। ਦੂਜਾ ਸਰ, ਇੱਕ ਸੜਕ ਟੁੱਟ ਗਈ, ਠੀਕ ਹੈ, ਥੈਂਕ ਯੂ ਸੋ ਮਚ, ਤੁਸੀਂ ਨੋਟਿਸ ਲੈਂਦੀ ਹੈ, ਉਹਦੇ ਤੇ ਇਨਕੁਆਇਰੀ ਕੱਲ ਸਵੇਰੇ ਹੋਊਗੀ, ਤੁਹਾਨੂੰ ਪਤਾ ਲੱਗ ਜਾਊਗਾ। ਐਂਡ ਮੈਂ ਬੇਨਤੀ ਕਰੂੰਗਾ ਅਕਾਲੀ ਭਾਜਪਾ ਸਾਰੇ ਮੀਡੀਆ ਵਾਲਿਆਂ ਨੂੰ, ਜਿੱਥੇ ਕੋਈ ਕੋਤਾਹੀ ਨਜ਼ਰ ਆਉਂਦੀ ਹੈ ਦਿਖਾਓ, ਪਲੀਜ਼ ਦਿਖਾਓ। ਜਿਹੜੀਆਂ ਟੋਲ ਵਾਲੀਆਂ ਸਰਕਾਰ ਸਰ, ਉਹਨਾਂ ਦੀ ਤਾਂ ਪਿਛਲੇ 10-10 15-15 ਸਾਲਾਂ ਤੋਂ ਰਿਪੇਅਰ ਹੋਈ ਨਹੀਂ। ਜਦੋਂ ਹੋਈ ਨਹੀਂ, ਲੋਕਾਂ ਤੋਂ ਪੈਸੇ ਕਾਹਦੇ ਲੈ ਰਹੇ ਸੀ? ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਰਿਪੇਅਰਾਂ ਦਾ ਕੀਤੀ ਹੈਗੀ, ਸਰਕਾਰ ਅੱਜ ਕੈਂਸਲ ਕਿਸ ਤੱਤ ਤੇ ਕਰਦੀ ਹੈ? ਸਰਕਾਰ ਇਸ ਤੱਤ ਤੇ ਕੈਂਸਲ ਕਰ ਰਹੀ ਹੈ ਕਿ ਤੁਹਾਨੂੰ ਇੱਕ ਚੀਜ਼ ਕਹੀਏ, ਤੁਹਾਨੂੰ ਇੱਕ ਐਕਸਟੈਂਸ਼ਨ, ਦੂਜੀ, ਤੀਜੀ, ਇੰਨੀਆਂ ਐਕਸਟੈਂਸ਼ਨਾਂ ਦਿੱਤੀਆਂ ਗਈਆਂ ਕਿ ਅਸੀਂ ਰਿਪੇਅਰ ਦੇਖ ਰਹੇ ਹਾਂ। ਰਿਪੇਅਰ ਤੁਸੀਂ ਕੀਤੀ ਨਹੀਂ। ਚੰਡੀਗੜ੍ਹ ਤੋਂ ਆਉਂਦੇ ਆ ਸਰ, ਮੇਰੀ ਗੱਲ ਸੁਣੋ, ਤੁਸੀਂ ਉਹ ਵੱਡਾ ਹਾਈਵੇ ਛੱਡੋ, ਸੱਜੇ ਖੱਬੇ ਜਿੱਥੇ ਵੀ ਟੋਲ ਲੱਗੇ ਨੇ ਦੇਖ ਲਓ, ਕਿਤੇ ਪੱਚ ਵੀ ਲੱਗਿਆ ਹੋਵੇ। ਚੰਨੀ ਸਾਹਿਬ ਕਹਿੰਦੇ ਸੀ ਮਹਾਰਾਜ ਸਾਹਿਬ ਨੇ ਪੱਚ ਲਵਾਏ ਸੀ, ਇਹ ਤਾਂ ਪੱਚ ਵੀ ਨਹੀਂ ਲਵਾ ਪਾਏ। ਇਹ ਤਾਂ ਸ਼ਰੇਆਮ ਲੁੱਟ ਹੋ ਰਹੀ ਸੀ। ਤਿੰਨੇ ਇਨਵੋਲਵਡ ਸੀ, ਲੋਕਾਂ ਨੂੰ ਹੋਰ ਪਾਸੇ ਲਾਇਆ ਸੀ। ਹੁਣ ਜਦੋਂ ਅਸੀਂ ਗੱਲ ਕਰਨ ਲੱਗ ਗਏ, ਹੁਣ ਇਹਨਾਂ ਨੂੰ ਹਰ ਚੀਜ਼ ਮਾੜੀ ਲੱਗਣ ਲੱਗ ਗਈ। ਠੀਕ ਹੈ, ਜੈਬਾਨ ਜੀ ਦਾ ਜਵਾਬ ਲੈਣਾ ਮੈਂ ਆਉਂਗਾ। ਧਾਰਨੀ ਸਾਹਿਬ, ਜੈਬਾਨ ਜੀ ਦਾ ਇੱਕ ਜਵਾਬ ਲੈਣੇ। ਜੈਬਾਨ ਜੀ ਦੇਖੋ, ਗੱਲ ਇੱਥੇ ਇਹ ਹੋ ਰਹੀ ਹੈ ਕਿ ਟੋਲ ਪਲਾਜ਼ੇ ਜਿਹੜੇ ਚੱਲ ਰਹੇ ਸੀ ਉਹ ਤੁਹਾਡੇ ਉੱਤੇ ਯਾਨੀ ਬੀਜੇਪੀ ਤੇ ਡਾਇਰੈਕਟਲੀ ਐਲੀਗੇਸ਼ਨਸ ਲਗਾ ਰਹੇ ਹਨ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਚੱਲਦੇ ਰਹੇ। ਟੋਲ ਪਲਾਜ਼ੇ ਵਾਲਿਆਂ ਨੇ ਸੜਕਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ, ਬਸ ਲੋਕਾਂ ਦੀ ਜੇਬਾਂ ਦੇ ਵਿੱਚੋਂ ਪੈਸੇ ਕਢਵਾਏ ਨੇ, ਤੇ ਅਸੀਂ ਉਹੀ ਨਹੀਂ ਹੋਣ ਦੇਣਾ। ਨਹੀਂ, ਇਹ ਤੇ ਗੌਰਵ ਜੀ ਇਹ ਸਾਡੇ ਉੱਤੇ ਕਿੱਦਾਂ ਲਗਾ ਰਹੇ ਨੇ? ਅਸੀਂ ਤੇ ਨੈਸ਼ਨਲ ਟੋਲ ਪਲਾਜ਼ਿਆਂ ਦੀ ਗੱਲ ਕਰਨੇ ਆ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਨਹੀਂ, ਬੀਜੇਪੀ ਉਹ ਸਰਕਾਰ ਦੇ ਬਾਅਦ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ। ਅੱਜ ਤੁਹਾਡੇ ਕੋਲ ਇੱਥੇ ਬੈਠੇ ਨਹੀਂ ਹੈ ਕਾਂਗਰਸ ਦਾ ਕੋਈ ਜਵਾਬ ਦੇਣ ਵਾਸਤੇ। ਯੂ ਕੈਨ ਨਾਟ ਟਾਕ ਆਫ ਰੋਡਸ ਵਿਚ ਵਰ 5 years old ਤੇ ਤੁਸੀਂ ਕਹੋ ਕਿ 5 ਸਾਲ ਪਹਿਲੇ ਤੇ ਗਰੇਵਾਲ ਸਾਹਿਬ ਨੂੰ ਪਤਾ ਵੀ ਨਹੀਂ ਸੀਗਾ ਕਿ ਕਿਹੜੇ ਪਾਸੇ ਕਿਹੜੀਆਂ ਸੜਕਾਂ ਜਾ ਰਹੀਆਂ ਨੇ, ਕਿ ਉਹ ਪੋਲਿਟਿਕਸ ਵੀ ਹੈਗੇ ਨੇ ਕਿ ਨਹੀਂ। ਇਹ ਜਿਹੜੀਆਂ ਇਹ ਸਵੀਪਿੰਗ ਜਿਹੜੀਆਂ ਗੱਲਾਂ ਕਰਦੇ ਨੇ ਨਾ ਆਮ ਆਦਮੀ ਪਾਰਟੀ ਵਾਲੇ, ਇਹ ਠੀਕ ਨਹੀਂ ਹੁੰਦੀਆਂ। ਮੈਂ ਇਸੇ ਸਵੀਪਿੰਗ ਗੱਲ ਦੇ ਉੱਤੇ ਆ ਜਾਣਾ। ਬਾਬ ਜੀ ਬਹੁਤ ਅੱਛੀ ਡਿਬੇਟ ਕਰਦੇ ਨੇ, ਹੀ ਇਜ਼ ਆਲਵੇਜ਼ ਵੈਲ ਪ੍ਰੀਪੇਅਰਡ, ਪਰ ਅੱਜ ਉਹਨਾਂ ਦੀ ਡਿਬੇਟ ਦਾ ਲੈਵਲ ਦੇਖੋ। ਪਹਿਲੇ ਉਹ ਪਿੱਛੇ ਪੈ ਗਏ ਕਿ ਉੱਥੇ ਚੋਰੀ ਕਰਦੇ ਹੋ ਤੁਸੀਂ। ਇਹ ਕੋਈ ਗੱਲ ਕਹਿਣ ਵਾਲੀ ਨਹੀਂ ਹੈ। ਅਗਰ ਉਹ ਚੋਰੀ ਕਰਦੇ ਨੇ, ਤੁਸੀਂ ਪ੍ਰੂਵ ਕਰੋ, ਕੋਰਟ ਦੇ ਵਿੱਚ ਜਾਓ, ਉਹਦੇ ਬਾਅਦ ਗੱਲ ਕਰੋ। ਨਹੀਂ, ਮੈਂ ਜੈਬਾਨ ਜੀ, ਮੈਂ ਇੱਕ ਸਵਾਲ, ਲੋਕਾਂ ਦਾ ਸਵਾਲ ਹੈ, ਉਹ ਜਾਣਨਾ ਚਾਹੁੰਦੇ ਹੋਣਗੇ, ਇਹ 15-16 ਮਹੀਨਿਆਂ ਦੇ ਵਿੱਚ 10 ਟੋਲ ਬੰਦ ਹੋਣੇ, ਇਹ ਮਹਿਜ਼ ਇੱਕ ਇਤਫਾਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਸਾਰੇ ਟੋਲਸ ਦੀ ਮਿਆਦ ਖਤਮ ਹੋਈ, ਕਿ ਕਿਸਮਤ ਚੰਗੀ ਸੀ, ਸਾਰੇ ਟੋਲ ਪਲਾਜ਼ੇ ਬੰਦ ਹੋਏ ਇਹਨਾਂ ਦੀ ਸਰਕਾਰ ਦੇ ਸਮੇਂ? ਇਹ ਮਹਿਜ਼ ਇੱਕ ਇਤਫਾਕ ਹੈ। ਅਸੀਂ ਤੇ ਕਹਿ ਰਹੇ ਬਹੁਤ ਚੰਗਾ, ਅਸੀਂ ਤੇ ਕਹਿ ਰਹੇ ਬਹੁਤ ਚੰਗਾ ਕੀਤਾ ਇਹਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ, ਪਰ ਉਹਦੇ ਬਾਅਦ ਜਿਹੜਾ ਦੂਸਰਾ ਇਹਨਾਂ ਨੇ ਕਿਹਾ ਮਨੀਪੁਰ, ਗਰੇਵਾਲ ਸਾਹਿਬ, ਵੀ ਆਰ ਟਾਕਿੰਗ ਅਬਾਊਟ ਪੰਜਾਬ ਓਵਰ ਹੇਅਰ। ਇਹ ਲੋਕਲ ਚੈਨਲ ਹੈ, ਅਸੀਂ ਰੀਜਨਲ ਗੱਲਾਂ ਕਰ ਰਹੇ ਹਾਂ, ਮਨੀਪੁਰ ਦੀ ਗੱਲ ਕਰਨੀ ਹੈ। ਤੁਸੀਂ ਅਲੱਗ ਡਿਬੇਟ ਦੇ ਵਿੱਚ ਆ ਜਾਓ, ਡੂ ਨਾਟ ਵੇਸਟ ਟਾਈਮ ਇਨ ਦਿਸ ਪਲੇਸ। ਫਿਰ ਇਹ ਕਹਿੰਦੇ ਕਿ ਮੁੱਦੇ ਦੀ ਗੱਲ ਨਹੀਂ ਕਰਦੇ। ਮੈਂ ਪੁਆਇੰਟ ਤੇ ਰਵਾਂਗਾ ਪਲੀਜ਼। ਹਾਂ, ਸਮਾਂ ਨਾ ਖਰਾਬ ਹੋਵੇ, ਤੁਸੀਂ ਕਲੀਅਰ ਕਰ ਲਓ, ਮੈਂ ਇੱਕ ਵਾਰੀ ਜਵਾਬ ਲਵਾਂਗਾ ਉਹਨਾਂ ਤੋਂ। ਜੈਬਾਨ ਜੀ ਕੰਪਲੀਟ ਕਰ ਲਓ ਪਲੀਜ਼। ਹਾਂ, ਤੇ ਹੁਣ ਤੀਸਰੀ ਗੱਲ ਆਉਂਦੀ ਹੈ ਕਿ ਸਿੱਧੂ ਸਾਹਿਬ ਨੇ ਤੇ ਮੈਂ ਦੋਵਾਂ ਨੇ ਗੱਲ ਕੀਤੀ ਸੀ ਮੇਨਟੇਨੈਂਸ ਦੀ ਤੇ ਇਹਦੀ, ਉਹਦੇ ਉੱਤੇ ਤੇ ਇੱਕ ਵੀ ਇਹਨਾਂ ਨੇ ਆਕੜਾ ਨਹੀਂ ਦਿੱਤਾ। ਸਾਨੂੰ ਕਹਿੰਦੇ ਨੇ ਕਿ ਤੁਸੀਂ ਮੁੱਦੇ ਤੇ ਰਹੋ, ਅਸੀਂ ਇਹਨਾਂ ਨੂੰ ਕਹਿ ਰਹੇ ਮੁੱਦੇ ਤੇ ਰਹੋ। ਸਾਨੂੰ ਦੱਸੋ ਤੁਹਾਡੇ ਮੇਨਟੇਨੈਂਸ ਫੰਡਸ ਕਿੱਥੋਂ ਆਣਗੇ? ਜਿਹੜੇ ਤੁਸੀਂ 8 ਬੰਦ ਕੀਤੇ ਨੇ, ਉਹਦੇ ਟਰਾਮਾ ਸੈਂਟਰ ਤੁਸੀਂ ਖੋਲ ਰਹੇ ਹੋ, ਕਿੱਥੇ ਚਲਾ ਰਹੇ ਹੋ? ਤੁਹਾਡੇ ਨਵਾਂ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਕਿਹੜਾ ਹੈ?
ਤੇ ਕਿਹੜੀ ਆਰਗੇਨਾਈਜੇਸ਼ਨ ਨੂੰ ਤੁਸੀਂ ਇਹ ਸਾਰੀ ਰਿਸਪੌਂਸਿਬਿਲਟੀ ਦਿੱਤੀ ਹੈ? ਜਿਹੜੇ ਤੁਸੀਂ ਟੋਲ ਪਲਾਜ਼ੇ ਬੰਦ ਕੀਤੇ ਨੇ ਉਹਨੂੰ ਸੰਭਾਲਣ ਵਾਸਤੇ ਉਹਦੀ ਨੋਟੀਫਿਕੇਸ਼ਨ ਕਿੱਥੇ ਹੈ? ਠੀਕ ਹੈ, ਟੈਲ ਹਿਮ ਟੂ ਗਿਵ ਥੀਸ ਆਨਸਰਸ। ਮੈਂ ਤੁਹਾਨੂੰ ਬਥੇਰਾ ਕੁਝ ਪੁੱਛ ਲਿਆ ਹੈ ਤੇ ਲਾਸਟ ਪੁਆਇੰਟ ਮੇਰਾ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਬਾਬ ਗਰੇਵਾਲ ਬੁਲਾਉਂਦੇ ਹੋ ਇਹ ਕੁਝ ਨਹੀਂ ਕਹਿੰਦੇ, ਪਰ ਧਰਨੀ ਸਾਹਿਬ ਕਹਿੰਦੇ ਨੇ ਤੇ ਕਹਿ ਦਿੰਦੇ ਨੇ ਬਾਬ ਸਿੰਘ ਗਰੇਵਾਲ। ਤੇ ਹੁਣ ਡਿਸਾਈਡ ਕਰ ਲੈ ਵੈਦਰ ਹੀ ਇਜ਼ ਬਾਬ ਸਿੰਘ ਗਰੇਵਾਲ ਔਰ ਹੀ ਇਜ਼ ਬਾਬ ਗਰੇਵਾਲ। ਗਰੇਵਾਲ ਸਾਹਿਬ ਯੂਜ਼ ਨਾ ਕਰਨ ਨੈਸੈਸਰਲੀ। ਗਰੇਵਾਲ ਜਦੋਂ ਤੁਸੀਂ ਪਹਿਲੀ ਗੱਲ ਬਾਬ ਗਰੇਵਾਲ ਨਹੀਂ, ਮੈਂ ਵੀ ਅਗਲੀ ਵਾਰ ਧਿਆਨ ਰੱਖੂੰਗਾ ਸਰ, ਕੋਈ ਦਿੱਕਤ ਨਹੀਂ ਹੈ। ਜਿਨ੍ਹਾਂ ਦਾ ਜੋ ਨਾਮ ਹੈ, ਦੇਖੋ ਮੈਨੂੰ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਇੰਟਰੋਡਿਊਸ ਕਰਵਾਉਣਾ ਮੈਂ ਅਹਿਬਾਬ ਸਿੰਘ ਗਰੇਵਾਲ ਜੀ ਬੋਲ ਦੂੰਗਾ, ਕੋਈ ਪ੍ਰੋਬਲਮ ਨਹੀਂ। ਉਹਨਾਂ ਦਾ ਨਾਮ ਹੈ, ਮੇਰਾ ਨਾਮ ਗੌਰਵ ਸ਼ੁਕਲਾ, ਮੈਨੂੰ ਗੌਰਵ ਸ਼ੁਕਲਾ ਬੁਲਾ ਦਿੰਦੇ, ਗੌਰਵ ਗੌਰ ਸ਼ੁਕਲਾ ਕੋ ਕੋਈ ਪ੍ਰੋਬਲਮ ਨਹੀਂ। ਚਲੋ ਆਪਾਂ ਡਿਬੇਟ ਨਾ ਉਲਝ ਜਾਈਏ, ਹੋਰ ਪਾਸੇ ਨਾ ਚਲੇ ਜਾਈਏ ਪਲੀਜ਼। ਜਦੋਂ ਤੁਸੀਂ ਬੋਲਿਆ ਉਦੋਂ ਅਹਿਬਾਬ ਜੀ ਨੇ ਕੰਟੈਸਟ ਨਹੀਂ ਕੀਤਾ। ਠੀਕ ਹੈ, ਤੁਹਾਡਾ ਪੁਆਇੰਟ ਹੈ, ਤੁਹਾਡਾ ਪੁਆਇੰਟ ਹੈ, ਕੰਟੈਸਟ ਕੀਤਾ। ਠੀਕ ਹੈ, ਤੁਹਾਡਾ ਪੁਆਇੰਟ ਹੈ ਗਰੇਵਾਲ ਸਾਹਿਬ, ਗਰੇਵਾਲ ਸਾਹਿਬ ਹਾਂ ਠੀਕ ਹੈ ਗਰੇਵਾਲ ਸਾਹਿਬ। ਚਲੋ ਮੈਂ ਤਾਂ ਨਹੀਂ ਕੀਤਾ ਕਿਉਂਕਿ ਗੌਰਵ ਜੀ ਵੀ ਮੰਨਦੇ ਆ ਕਿ ਮੈਂ ਗੁਰੂ ਦਾ ਸਿੱਖ ਹਾਂ। ਧਾਰਨੀ ਸਾਹਿਬ ਨੇ ਤਾਂ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਮੈਂ ਸਿੱਖ ਨਹੀਂ। ਚਲੋ ਇਹਨਾਂ ਦੀ ਪਾਰਟੀ ਨੇ, ਧਾਰਨੀ ਸਾਹਿਬ ਨੇ ਨਹੀਂ, ਇਹਨਾਂ ਦੀ ਪਾਰਟੀ ਨੇ ਲਿਖ ਕੇ ਦਿੱਤਾ ਕਿ ਮੈਂ ਸਿੱਖ ਨਹੀਂ, ਤਾਂ ਮੈਂ ਇਹਨਾਂ ਤੋਂ ਕਹਾਇਆ ਸੀ। ਸਰ ਇਹੀ ਫਰਕ ਹੈ, ਪਹਿਲੀ ਗੱਲ। ਦੂਜੀ ਗੱਲ ਸਰ, ਮਹਾਰਾਸ਼ਟਰ ਦੀ ਮਨੀਪੁਰ ਦੀ ਗੱਲ ਮੈਂ ਤਾਂ ਕੀਤੀ ਕਿਉਂਕਿ ਤੁਸੀਂ ਕਿਹਾ ਅਸਲੀ ਮੁੱਦਿਆਂ ਦੀ ਗੱਲ ਨਹੀਂ ਹੁੰਦੀ। ਅਸਲੀ ਮੁੱਦਿਆਂ ਦੀ ਗੱਲ ਹੋ ਰਹੀ ਹੈ। ਸਪੈਸੀਫਿਕ ਕੁਐਸਚਨ ਸਰ, ਸਪੈਸੀਫਿਕ ਕੁਐਸਚਨ। ਅਕਾਲੀ ਭਾਜਪਾ ਸਰਕਾਰ ਵੇਲੇ 1997 ਤੋਂ 2002 ਤੱਕ ਜਿਹੜੀਆਂ ਵੀ ਸੜਕਾਂ ਸਪੋਜ਼ਿਡਲੀ ਬਣੀਆਂ ਉਹਨਾਂ ਤੇ ਟੋਲ ਲੱਗੇ, ਉਹਨਾਂ ਦੀ ਮਿਆਦ 5 ਸਾਲ ਸੀ, ਉਹ 2023 ਤੱਕ ਚੱਲ ਰਹੇ ਸੀ। ਇਹਦੇ ਵਿੱਚ ਕਾਂਗਰਸ ਵੀ ਤੇ ਤੁਸੀਂ ਤਿੰਨੇ ਇਨਵੋਲਵ ਸੀ। ਸਪੈਸੀਫਿਕ ਐਲੀਗੇਸ਼ਨ। ਨਾਓ ਮੈਂ ਕਿਸੇ ਤਰੀਕੇ ਨਾਲ ਇਹ ਨਹੀਂ ਐਕਸੈਪਟ ਕਰਦਾ। ਤੁਸੀਂ ਪ੍ਰੋਗਰਾਮ ਦੇਖ ਲਿਓ, ਕਿਹਨੇ ਗੋਲਕ ਦੀ ਗੱਲ ਪਹਿਲਾਂ ਕੀਤੀ, ਮੈਂ ਨਹੀਂ ਕੀਤੀ।